26 ਤਰੀਕ ਉਹਦੀ ਤਰੀਕ ਪਈ ਹੈ। ਜੇ ਉਹਦਾ ਪਹਿਲਾ ਪੰਨਾ ਵੀ ਖੁੱਲ ਜਾਂਦਾ ਤਾਂ ਉਹਦੇ ਵਿੱਚ ਭੋਲਾ ਕੇਸ ਦੇ ਵਿੱਚ ਭੋਲਾ ਨੇ ਮਜੀਠੀਆ ਦਾ ਨਾਮ ਲਿੱਤਾ ਹੋਇਆ। ਅਸੀਂ ਕੋਈ ਐਂਟੀ ਅਕਾਲੀ ਦਲ ਨਹੀਂ ਹਾਂ, ਪਰ ਜੋ ਉਹਨਾਂ ਨੇ ਕੰਮ ਕੀਤੇ ਉਹ ਇੰਨੇ ਜ਼ਿਆਦਾ ਗਲਤ ਸੀਗੇ ਕਿ ਲੋਕਾਂ ਨੂੰ ਸਾਡੇ ਤੇ ਵਿਸ਼ਵਾਸ ਹੋਵੇ ਕਿ ਅਸੀਂ ਸਿੱਧੇ ਰਸਤੇ ਚੱਲਣਾ ਚਾਹੁੰਦੇ ਹਾਂ। ਬਾਕੀ ਹਰ ਬੰਦਾ ਬੋਲਣਾ ਚਾਹੁੰਦਾ ਹੈ, ਬਟ ਉਹਨਾਂ ਦੇ ਡਰ ਨਾਲ ਨਹੀਂ ਬੋਲਦਾ। ਜੇ ਉਹਨਾਂ ਦੀ ਸਰਕਾਰ ਆ ਗਈ ਸਾਡੇ ਤੇ ਝੂਠੇ ਪਰਚੇ ਪਾ ਜਾਣਗੇ। ਅਸੀਂ ਜੋ ਕੰਮ ਕਰਾਂਗੇ ਅਸੀਂ ਡਰ ਕੇ ਨਹੀਂ ਕਰਾਂਗੇ ਵੀ ਅਕਾਲੀ ਦਲ ਦੇ ਡਰ ਤੋਂ ਸਾਨੂੰ ਕੋਈ ਕੰਮ ਹੈ, ਅਸੀਂ ਉਹ ਕਰਕੇ ਦਿਖਾਵਾਂਗੇ। ਸਾਰਿਆਂ ਨੂੰ ਉਮੀਦ ਹੈ ਕਿ ਉਹਨੂੰ ਅੰਦਰ ਜਾਣਾ ਚਾਹੀਦਾ। ਲੋਕਾਂ ਨੂੰ ਕਲੀਅਰ ਤਾਂ ਹੋ ਜਾਊਗਾ ਕਿ ਡਰੱਗ ਕੇਸ 'ਚ ਕੌਣ ਇਨਵੋਲਡ ਹੈ, ਕੌਣ ਅੰਦਰ ਜਾਣੇ ਚਾਹੀਦੇ ਹੈ। लॉलीपॉप मंगने नहीं, लॉलीपॉप मंगने होंगे तो डिपार्टमेंट च रह के पैसे खांदा है ना। बैंक अकाउंट चेक कर लो, इनकम टैक्स की रेट करा दो, विजिलेंस करवा लो तो देख लो भी उन्हें की कमाई की, उन्हें अपनी जेब खाली की है कि अपने हल्के लिए पैसे इकट्ठे करके दवे। वो मोस्ट इंपॉर्टेंट होंदा है। जिहड़ा 100 करोड़ तो उत्ते उन्होंने अमृतसर ईस्ट लिए दिता। 5 सालों के विच कोई भी वार्ड ऐसा नहीं है जिथे काम बंद होया हो। बहुत बार वो अपने इलाके चाहे वड्डे प्रोग्राम किए, पुल पास करवाए, क्यों नहीं बने थोनों सारिਆਂ ਨੂੰ पता है। ਜਿਹੜੀ विजन वो अपनी लेके आए, ਜਿਹੜੀ सुपने वो पंजाब ਲਈ लेके आए, किते ना किते वो सुपने ਜਿਹੜੇ लेवल ਦਾ ਉਹ ਕੰਮ करना चाहते सी वो पूरा नहीं होया, वो नहीं हो सकिया। इसलिए रिजाइन करना बेटर समझा, इसलिए अपना डिपार्टमेंट छड़ के बाहर निकल के एज सिंपल MLA काम करना पसंद। 3 रुपए यूनिट की गल सिद्धू साहब हमेशा करते सन, प्रधान भी बने, सरकार भी नवी बन गई, ओपोजिशन कहती कि हुण किन्ने रोकिया तुहानू 3 रुपए यूनिट हुण कर दिओ, किन्ने रोकिया? सरकार तुहाडी है। सवेरे 3 बजे तक, कल रात को 8 बजे शुरू हुई मीटिंग, सवेरे 3 बजे तक इस गल ते मीटिंग चली। बहुत सारिया थोनू लीगैलिटीज़ विच है जिहड़ियां लैनियां पैंदियां। चन्नी साहब एक बहुत ही सिंपल एंड बहुत ही ईमानदार डिसेंट लीडर है, जिहड़े आम पब्लिक दे विच बैठ के प्रॉब्लम सुनने वाले हैं। मैनू लगता है हुण जिहड़े मंत्रालय जिहड़े भी लोग आए हैं, इहो जिहे आए हैं जिहड़े सड़क ते कोई भी बंदा रोके तो उहदी गल सुनने नूं तैयार है। सो कोशिश इस बारे ही रात नूं डिस्कशन हुई कि किवें PPAs कैंसल किए जान। ਜਿਹੜੇ ਐਡਵੋਕੇਟ ਜਨਰਲ ਹੈ ਤੇ ਉਹਨਾਂ ਦੀ ਟੀਮ ਹੈ ਉਹ ਪੂਰੀ ਇਸ ਕੰਮ ਤੇ ਲੱਗ ਗਈ ਹੈ ਵੀ ਇਹਦੇ ਕਿਹੜੇ ਕਲੌਜ਼ਸ ਰਹਿਣਗੇ, ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਅੱਜ PPA ਤੁਸੀਂ ਕੈਂਸਲ ਕਰ ਦਿਓ, ਕੱਲ ਨੂੰ ਤੁਹਾਡੇ ਤੇ ਲੀਗਲ ਕੇਸ ਪੈ ਜਾਏ, ਦੁਬਾਰਾ ਤੋਂ ਤੁਸੀਂ 11 ਰੁਪਏ ਬਿਜਲੀ ਦੇਣੀ ਪਵੇ, ਫਿਰ ਉਹਦਾ ਕੋਈ ਫਾਇਦਾ ਨਹੀਂ। ਜਿਹੜੇ ਮੁੱਦਿਆਂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਪਹਿਲੇ ਅਸਤੀਫਾ ਦਿੱਤਾ ਸੀ ਜਾਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਗਿਆ, ਉਹ ਮੁੱਦੇ ਤੇ ਹਜੇ ਵੀ ਕਾਇਮ ਨੇ। ਦੁਬਾਰਾ 13 ਏਜੰਡਿਆਂ ਨੂੰ ਲੈ ਕੇ ਉਹਨਾਂ ਨੇ ਚਿੱਠੀ ਲਿਖੀ ਹੈ ਕਿ ਉਹਨਾਂ ਨੇ ਕਹਿਣਾ ਵੀ ਜੇ ਅਸੀਂ ਇਹ ਮੁੱਦੇ ਹੱਲ ਨਹੀਂ ਹੁੰਦੇ ਤੇ ਲੋਕਾਂ ਕੋਲੋਂ ਵੋਟ ਕਿਸ ਬੇਸ ਤੇ ਮੰਗਣ ਜਾਵਾਂਗੇ। ਲੜਾਈ ਇਸੇ ਗੱਲ ਦੀ ਸੀਗੀ ਕਿ DGP भी यही जे होने चाहिए हैं। विजिलेंस चट्टोपाध्याय जी आए हैं, कोशिश की गई है कि वो पुलिस अफसर लाए जान जिहड़े कि अकाली ते कांग्रेस किते ना किते पंजाब दे विच एक पूरी टीम है जिहड़ी अकाली ते कांग्रेस लई पैरेलल काम करती है। सो ये डिस्कशन भी हुई कि वो सारी टीम नूं जरा साइड ते करके वो टीम आवे ਜਿਹੜੀ ਉਹਨਾਂ ਦੀਆਂ ਰੋਂਗ ਡੂਇੰਗ ਸੀ ਉਹਨਾਂ ਨੂੰ ਪੂਰੀਆਂ ਕੀਤੀਆਂ ਜਾਣ। ਕੱਲ ਉਹਨਾਂ ਨੇ ਰਾਜਾ ਵੜਿੰਗ ਦੀ ਤਾਰੀਫ ਕੀਤੀ, ਇਹਦਾ ਮਤਲਬ ਸਾਨੂੰ ਇਹੋ ਜਿਹਾ ਕੰਮ ਚਾਹੀਦਾ ਹੈ ਕਿ ਇੱਕ ਵਾਰ ਲੋਕਾਂ ਨੂੰ ਅਸੀਂ ਦਿਖਾਈਏ ਕਿ ਸਾਡੀ ਸਾਂਠ ਗਾਂਠ ਨਹੀਂ ਹੈ। ਅਸੀਂ ਜੋ ਕੰਮ ਕਰਾਂਗੇ ਅਸੀਂ ਡਰ ਕੇ ਨਹੀਂ ਕਰਾਂਗੇ ਵੀ ਅਕਾਲੀ ਦਲ ਦੇ ਡਰ ਤੋਂ ਸਾਨੂੰ ਕੋਈ ਕੰਮ ਹੈ, ਅਸੀਂ ਉਹ ਕਰਕੇ ਦਿਖਾਵਾਂਗੇ। ਜੋ ਅਸੀਂ ਕੋਈ ਐਂਟੀ ਅਕਾਲੀ ਦਲ ਨਹੀਂ ਹਾਂ, ਪਰ ਜੋ ਉਹਨਾਂ ਨੇ ਕੰਮ ਕੀਤੇ ਉਹ ਇੰਨੇ ਜ਼ਿਆਦਾ ਗਲਤ ਸੀਗੇ ਕਿ ਲੋਕਾਂ ਨੂੰ ਸਾਡੇ ਤੇ ਵਿਸ਼ਵਾਸ ਹੋਵੇ ਕਿ ਅਸੀਂ ਸਿੱਧੇ ਰਸਤੇ ਚੱਲਣਾ ਚਾਹੁੰਦੇ ਹਾਂ। ਅਕਾਲੀ ਦਲ ਦੇ ਪ੍ਰਧਾਨ ਤਾਂ ਹਜੇ ਵੀ ਕਹਿ ਰਹੇ ਨੇ ਕਿ ਨਵਜੋਤ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਇਸ ਟਾਈਮ ਤੇ। ਦੇਖੋ ਸਾਰਿਆਂ ਦੀ ਨਜ਼ਰ ਸਿੱਟ ਦੀ ਰਿਪੋਰਟ ਤੇ ਹੈਗੀ ਹੈ, ਜਿਹੜੀ ਕਿ ਹਾਈ ਕੋਰਟ ਨੇ ਐਲੀਗੇਸ਼ਨਸ ਲਗਾਈਆਂ। ਮੈਂ ਉਹ ਰਿਪੋਰਟ ਪੜ੍ਹੀ ਹੋਈ ਹੈ, ਮੈਨੂੰ ਪਤਾ ਹੈ ਕਿ ਉਹ ਰਿਪੋਰਟ ਐਤਕੀ ਵੀ ਖੁੱਲਣ ਵਾਲੀ ਸੀਗੀ। 26 ਤਰੀਕ ਉਹਦੀ ਤਰੀਕ ਪਈ ਹੈ। ਜੇ ਉਹਦਾ ਪਹਿਲਾ ਪੰਨਾ ਵੀ ਖੁੱਲ ਜਾਂਦਾ ਤਾਂ ਉਹਦੇ ਵਿੱਚ ਭੋਲਾ ਕੇਸ ਦੇ ਵਿੱਚ ਭੋਲਾ ਨੇ ਮਜੀਠੀਆ ਦਾ ਨਾਮ ਲਿੱਤਾ ਹੋਇਆ ਤੇ ਸਾਰਿਆਂ ਨੂੰ ਉਮੀਦ ਹੈ ਕਿ ਉਹਨੂੰ ਅੰਦਰ ਜਾਣਾ ਚਾਹੀਦਾ। ਲੋਕਾਂ ਨੂੰ ਕਲੀਅਰ ਤਾਂ ਹੋ ਜਾਊਗਾ ਕਿ ਡਰੱਗ ਕੇਸ 'ਚ ਕੌਣ ਇਨਵੋਲਡ ਹੈ, ਕੌਣ ਅੰਦਰ ਜਾਣੇ ਚਾਹੀਦੇ ਹੈ। ਬਾਕੀ ਹਰ ਬੰਦਾ ਬੋਲਣਾ ਚਾਹੁੰਦਾ ਹੈ,
ਬਟ ਉਹਨਾਂ ਦੇ ਡਰ ਨਾਲ ਨਹੀਂ ਬੋਲਦਾ। ਜੇ ਉਹਨਾਂ ਦੀ ਸਰਕਾਰ ਆ ਗਈ ਸਾਡੇ ਤੇ ਝੂਠੇ ਪਰਚੇ ਪਾ ਜਾਣਗੇ। ਦੁੱਖ ਇਸ ਗੱਲ ਦਾ ਹੋਇਆ ਕਿ ਕਿਤੇ ਨਾ ਕਿਤੇ ਸਾਡੀ ਸਰਕਾਰ ਵੀ ਥੋੜੀ ਸੁੱਤੀ ਆਈ, ਜਿਹੜੀ ਕੈਪਟਨ ਸਾਹਿਬ ਦੇ ਅੰਡਰ ਸੀਗੀ, ਜਿਨ੍ਹਾਂ ਨੇ ਇੰਨਾ ਵਿਸ਼ਵਾਸ ਲੋਕਾਂ 'ਚ ਜਗਾ ਨਹੀਂ ਪਾਏ ਤੇ ਉਹਨਾਂ ਦੇ ਅੱਗੇ ਜਿਹੜੇ ਬੰਦੇ ਲੱਗੇ ਹੋਏ ਸੀ, ਜਿਹੜੇ OSD ਸੀ, ਉਹਨਾਂ ਨੇ ਇਹੋ ਜਿਹੇ ਕੰਮ ਨਹੀਂ ਹੋਣ ਦਿੱਤੇ ਜਿਹਦੇ ਕਰਕੇ ਲੋਕਾਂ ਨੂੰ ਸਾਡੇ ਤੇ ਵਿਸ਼ਵਾਸ ਹੁੰਦਾ। ਚੇਅਰਮੈਨ ਵੀ ਅਕਾਲੀਆਂ ਦੇ ਬਣੇ, ਜਿੰਨੀਆਂ ਇੰਪੋਰਟੈਂਟ ਪੋਜੀਸ਼ਨਸ ਹੈ, ਜਿਹੜੀਆਂ ਚੋਰੀਆਂ ਚੱਲਦੀਆਂ ਸੀ ਅਕਾਲੀ ਦਲ ਵੇਲੇ, ਉਹੀ ਚੋਰੀਆਂ ਹੈਡ ਸੇ ਉਹੀ ਬੰਦੇ ਕਰਦੇ ਰਹੇ। ਸ਼ਕਲਾਂ ਉੱਠੀ ਰਹਿ ਗਈਆਂ, ਨੀਚੇ ਵਾਲੇ ਬੰਦੇ ਬਦਲ ਗਏ। ਸੋ ਕਿਤੇ ਨਾ ਕਿਤੇ ਲੋਕਾਂ ਨੂੰ ਫਰਕ ਨਹੀਂ ਨਜ਼ਰ ਆਇਆ। ਕਿਤੇ ਨਾ ਕਿਤੇ ਕਾਂਗਰਸ ਵਰਕਰ ਨੂੰ ਆਪਣਾ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ, ਜਿਹੜਾ ਕਿ ਹੁਣ ਥੋੜੇ ਸਮੇਂ 'ਚ ਕੋਸ਼ਿਸ਼ ਕੀਤੀ ਜਾਊਗੀ ਕਿ ਉਹ ਲੋਕ ਅੱਗੇ ਆਉਣ ਤੇ ਕੰਮ ਫਰਕ ਜਿਵੇਂ ਰਾਜਾ ਵੜਿੰਗ ਕਰ ਰਹੇ ਆ, ਜੇ ਸਾਰੇ ਮੰਤਰੀਆਂ 'ਚ ਕੰਮ ਕਰਨ ਲੱਗ ਜਾਣ ਤਾਂ ਲੋਕਾਂ ਨੂੰ ਵਿਸ਼ਵਾਸ ਹੋ ਜਾਏਗਾ ਕਿ ਆਉਣ ਵਾਲੇ ਟਾਈਮ 'ਚ ਸਾਡੀ ਜਿਹੜੀਆਂ ਮੰਸ਼ਾ ਹੈ ਉਹ ਜ਼ਰੂਰ ਪੂਰੀ ਹੋਵੇਗੀ। ਸਰਕਾਰ ਕੋਲ ਸਮਾਂ ਬਹੁਤ ਥੋੜਾ ਰਹਿ ਗਿਆ ਹੈ, ਕਰੀਬ 2 ਮਹੀਨੇ ਰਹਿ ਗਏ ਹਨ, ਲੜਾਈ ਅਜੇ ਮੁੱਕ ਨਹੀਂ ਰਹੀ। ਅੱਜ ਵੀ ਕੈਬਨਿਟ ਦੀ ਮੀਟਿੰਗ ਹੋ ਰਹੀ ਹੈ ਤੇ ਕਿਆ ਸਰਕਾਰ ਆਪਣੇ ਵਾਅਦੇ ਪੂਰੇ ਕਰ ਪਾਏਗੀ? ਕਿਉਂਕਿ ਲੋਕਾਂ ਕੋਲੋਂ ਜਿਵੇਂ ਤੁਸੀਂ ਅੱਜ ਫਿਰ 5 ਸਾਲ ਮੰਗੇ ਨੇ, ਪਹਿਲੇ 5 ਸਾਲਾਂ 'ਚ ਤਾਂ ਕੁਝ ਹੋਇਆ ਨਹੀਂ। ਲੋਕ ਇਹ ਵੀ ਕਹਿੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਇੱਕ ਜਿੱਦੀ ਬੱਚੇ ਵਾਂਗੂ ਜਿੱਦ ਕਰਦਾ, ਮੈਨੂੰ ਲੋਲੀਪੌਪ ਦੇ ਦਿਓ, ਮੈਨੂੰ ਟੋਫੀਆਂ ਦੇ ਦਿਓ। ਜੇ ਪੰਜਾਬ ਦੇ ਭਲੇ ਲਈ लॉलीपॉप मंगने नहीं, लॉलीपॉप मंगने होंगे तो डिपार्टमेंट रह के पैसे खांदा है ना। बैंक अकाउंट चेक कर लो, इनकम टैक्स की रेड करा दो, विजिलेंस करवा लो तो देख लो भी उन्हें की कमाई की, उन्हें अपनी जेब खाली की है। सो लड़ाई जे पॉजिटिवली होवे कि पंजाब दा भला होवे तो मैं कहनी हाँ सारा पंजाब उही जी लड़ाई लड़े। अज जे तुसी बहस की गल करते हो तो बहस ये वाली हेल्दी कंपीटिशन हुंदा है, ये लड़ाई नहीं हुंदी। ਤੁਸੀਂ ਰਾਤ ਦੇ 8 ਵਜੇ ਬੈਠੇ ਹੋ, ਸਵੇਰੇ 3 ਵਜੇ ਤੱਕ ਬਹਿਸ ਕਰ ਰਹੇ ਹੋ ਕਿ ਆਪ ਕਿਉਂ ਨਹੀਂ ਪੂਰਾ ਕਰ ਸਕਦੇ। ਸਮਾਂ ਥੋੜਾ ਰਹਿ ਗਿਆ, ਫਿਰ ਤੁਸੀਂ ਵੋਟ ਮੰਗ ਰਹੇ ਹੋ, ਮੈਨੂੰ 5 ਸਾਲ ਅਗਲੇ ਤੁਸੀਂ ਫਿਰ ਮੰਗ ਰਹੇ ਹੋ, ਕਿਉਂਕਿ ਪਹਿਲੇ 5 ਸਾਲ ਸਰਕਾਰ ਨੇ ਇਸ ਤਰ੍ਹਾਂ ਹੀ ਕਰਦੇ, ਇਸ ਤਰ੍ਹਾਂ ਦੇ ਆਰੋਪ ਲੱਗ ਰਹੇ। ਦੇਖੋ ਅਸੀਂ ਅੰਮ੍ਰਿਤਸਰ ਈਸਟ 'ਚ ਕੰਮ ਕੀਤਾ, ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਮੇਰਾ ਕੰਮ ਨਹੀਂ ਰੁਕਿਆ, ਕਿਸੇ ਵਾਰਡ 'ਚ ਨਹੀਂ ਰੁਕਿਆ। ਅਸੀਂ 100 ਕਰੋੜ ਦਿੱਤੇ, ਮੇਰੇ ਕਾਉਂਸਲਰਸ ਨੇ ਇਮਾਨਦਾਰੀ ਨਾਲ ਲਾਏ। ਮੈਂ ਆਪਣੀ ਸੀਟ ਤੇ ਹਰ ਕਾਉਂਸਲਰ ਨੂੰ 8-8, 10-10 ਕਰੋੜ ਰੁਪਇਆ ਮਿਲਿਆ, ਉਹਨਾਂ ਨੇ ਲਾਇਆ, ਉਹਨਾਂ ਨੇ ਕੰਮ ਕੀਤਾ, ਉਹਨਾਂ ਨੇ ਹੁਣ ਤੱਕ ਕਰ ਰਹੇ। ਤੁਹਾਨੂੰ ਅੰਮ੍ਰਿਤਸਰ ਈਸਟ ਦਿਖ ਰਹੀ ਹੈ, ਅੰਮ੍ਰਿਤਸਰ ਈਸਟ ਨੂੰ ਕੋਈ ਹੱਥ ਨਹੀਂ ਸੀ ਪਾਉਂਦਾ, ਪਰ ਇਹ ਲੋਕ ਜਿਵੇਂ ਮੇਰੇ ਨਾਲ ਅਟੈਚਡ ਹੈ, ਮੈਨੂੰ ਇਹ ਲੱਗਦਾ ਹੈ ਕਿ ਉਹਨਾਂ ਨੂੰ ਮੇਰੀ ਪ੍ਰੈਜ਼ੈਂਸ ਦੀ ਕਮੀ ਲੱਗੀ। ਤਾਂ ਮੈਂ ਜ਼ਰੂਰ ਇਹ ਕਹਿੰਨੀ ਆ ਕਿ ਅਗਲੀ ਵਾਰ ਇਲੈਕਸ਼ਨ ਮੈਂ ਚਾਹੂੰਗੀ ਕਿ ਮੈਂ ਇਸ ਹਲਕੇ ਤੇਰਾ ਐਨਡੀਏ ਤੇ ਕੰਮ ਇਹ ਵੀ ਬਹੁਤ ਸਾਰੀਆਂ ਅਫਵਾਹਾਂ ਨੇ ਕਿ ਨਵਜੋਤ ਸਿੰਘ ਸਿੱਧੂ ਆਪਣਾ ਵਿਧਾਨ ਸਭਾ ਜਿਹੜਾ ਉਹ ਬਦਲ ਸਕਦੇ ਨੇ, ਉਹ ਵੀ ਪਟਿਆਲਾ ਦੇ ਤੁਸੀਂ ਇਲੈਕਸ਼ਨ ਲੜੋਗੇ ਜਾਂ ਦੇਖੋ ਇਹੀ ਤਾਂ ਮੇਰੀ ਪ੍ਰੋਬਲਮ ਹੈ। ਜਦੋਂ ਅਸੀਂ ਕਾਂਗਰਸ ਚ ਆਏ ਤਾਂ ਹੀ ਸਾਨੂੰ 2 ਸੀਟਾਂ ਆਫਰ ਹੋਈਆਂ, ਹਲਕਾ ਪਰਿਵਾਰ ਆ, ਉਹਦਾ ਵੀ ਮੇਰੇ ਘਰ ਵਾਲੇ ਨੇ ਮੈਨੂੰ ਲੜਨ ਨਹੀਂ ਦਿੱਤਾ। 2 ਸੀਟਾਂ ਜਦੋਂ ਕਿ ਅੰਮ੍ਰਿਤਸਰ ਈਸਟ ਦੇ ਅੱਗੇ ਲਿਖਿਆ ਹੋਇਆ ਸੀ ਡਾਕਟਰ ਨਵਜੋਤ ਸਿੱਧੂ, ਤੇ ਨਵਜੋਤ ਸਿੱਧੂ ਨੂੰ ਕਿਹਾ ਗਿਆ ਸੀ ਵੀ ਭਾਈ ਤੂੰ ਕੋਈ ਸੀਟ ਹੋਰ ਲੱਭ ਲੈ। ਉਹਨੇ ਉਦੋਂ ਵੀ ਇਹੀ ਗੱਲ ਕਹੀ ਸੀ। ਹੁਣ ਵੀ ਮੈਨੂੰ ਪਤਾ ਹੈ ਕਿ ਉਹ ਐਜ਼ ਐਮਐਲਏ ਮੈਨੂੰ ਨਹੀਂ ਲੜਨ ਦਊਗਾ, ਪਰ ਮੈਂ ਪ੍ਰੋਮਿਸ ਇਹੀ ਮੇਰਾ ਰਹੂਗਾ ਕਿ ਮੈਂ ਕੰਮ ਐਜ਼ ਐਮਐਲਏ ਕਰੂੰਗੀ, ਹਲਕਾ ਹੀ ਰਹੇ ਆਪਣਾ ਪਰਿਵਾਰ ਹਲਕਾ। ਫਾਈਨਲ ਜੇ 13 ਸਪੀਕਰੀਆ ਏਜੰਡੇ ਤੇ ਕੰਮ ਨਹੀਂ ਹੁੰਦਾ, ਨਵਜੋਤ ਸਿੰਘ ਸਿੱਧੂ ਉਹਨਾਂ ਦੀ ਨਹੀਂ ਸੁਣੀ ਜਾਂਦੀ, ਉਹਨਾਂ ਦਾ ਅਗਲਾ ਸਟੈਂਡ ਕੀ ਰਹੇਗਾ? देखो ये तो वही दस सकते हैं, बट मैं 100% श्योर हाँ कि ये ज़रूर प्रवान होएगा, क्योंकि जिन्ने भी हुण मंत्री हैं वो सारे मंत्री इस गल ते अड़े हुए हैं कि वो 13 पॉइंट एजेंडा सारा पूरा होना चाहिए। राहुल जी भी क्लियर कर चुके हैं कि ये थोड़ा 13 पॉइंट एजेंडा पूरा होना चाहिए। जो अगे किया गया है पुलिस वालियां नूं वो भी यही किया गया है भी ड्रग्स ते कंट्रोल चाहिए है, लोगों सेफ्टी चाहिए है, सरकारी काम चाहिए है। सो तुहानूं हौली हौली दिख भी रहे ते दिखूगा। बीएसएफ का क्षेत्र बनाने पर सीएम चन्नी ने केंद्र सरकार को चिट्ठी लिखी, क्या उसका माना जाएगा? देखो मुझे नहीं पता कि उन्होंने चिट्ठी लिखी थी कि नहीं लिखी थी। कई बारी इंसान के दिमाग में कोई और बात होती है। बंदा सोचता है कि पंजाब में बहुत ज़्यादा ड्रग्स का मुद्दा है, तो शायद पंजाब पुलिस नहीं कंट्रोल कर पा रही और इसीलिए ड्रग्स इतने साल तक लटकते रहे, तो शायद बीएसएफ साथ कोऑर्डिनेट करके इन ड्रग्स को कंट्रोल कर सके। मैंने खुद पूरी बॉर्डर बेल्ट कवर की है गाड़ी में, और तब मुझे बॉर्डर बेल्ट पे कहा गया था कि ये यहाँ पे वल्टोहे की बिकती है, यहाँ पे लंगा की बिकती है। बॉर्डर पे लोग नाम लेके बताते हैं कि यहाँ पे इस बंदे की आती है। गुरदासपुर में
लोगों ने इतने बड़े बड़े कड़ाहे दिखाए जिसमें सोना पिघलता है, और उन्होंने कहा जी बॉर्डर से वहाँ से आता है, वहाँ पे मोहर लगी होती है पाकिस्तान की या दूसरी कंट्री की, यहाँ पे कड़ाहे में सोना आता है, सोना पिघल जाता है और सोना पैदा हो जाता है। तो अभी तक हम उसको पकड़ नहीं सके। तो इंसान ये सोचता है कि जो भी हो भला हो, मेरे स्टेट का भला हो। तुम सेंट्रल गवर्नमेंट से अलग होके कोई काम नहीं कर सकते। ऑलवेज बेटर होता है कि सेंटर और स्टेट इकट्ठे होके काम करें, पर नशा पंजाब से दूर होना चाहिए। मैडम लास्ट सवाल है जी, क्या 13 जनवरी जो प्रोग्राम दिया गया है वो अगर पूरा नहीं होता तो नवजोत सिंह सिद्धू का स्टैंड क्या रहेगा? क्योंकि जब से मंत्रिमंडल में बदलाव हुआ है ये आरोप लगते हैं कि जो मंत्रिमंडल में शामिल लोग हैं उनकी साठगांठ है। ये खुद नवजोत सिंह सिद्धू भी एक बार ये मुद्दा उठा चुके हैं। जो आज के मंत्री हैं वो सारे 13 पॉइंट एजेंडा को मानने वाले हैं, माने हैं, और इसीलिए कैप्टन अमरिंदर जी को साइड पे किया गया, ताकि ये जो 13 पॉइंट एजेंडा है वो लग रहा था पूरा नहीं होगा। इसीलिए इतने बड़े लीडर को, जो कि इम्पॉसिबल लग रहा था, साइड पे किया गया। वो बहुत टॉल लीडर है, सारी जिंदगी उन्होंने पॉलिटिक्स में लगाई है। सो उनको दूर ही इसलिए किया गया कि 13 पॉइंट एजेंडा में से मैक्सिमम चीज़ें हम पूरी कर सकें। हाईकमान को चिट्ठी लिखी गई थी। देश के लिए खतरा है और बाजवे नाल जम्मियां पाने इमरान खान नाल यारी। देखो आप सबको पता है कि नवजोत सिद्धू एक ही बार अपने दोस्त की स्वेरिंग इन पे, नॉट एज अ प्राइम मिनिस्टर, अपनी दोस्त की स्वेरिंग इन पे गया, लांगा खुला, उसके लिए जप्फी डाली। उसके बाद ना वो पाकिस्तान गया, ना पहले गया है, ना वहाँ से पहले कुछ लेके आया है, ना कोई बिजनेस करता है पाकिस्तान के साथ। और यहाँ तो लोग बहुत बड़े बड़े बिजनेस और बहुत कारोबार और पाकिस्तान के लोग अपने घरों में भी बिठा के रखते हैं। तो हमारा तो पाकिस्तान से कोई रिश्ता नहीं है। D5 चैनल पंजाबी हुणे सब्सक्राइब करो, बेल आइकन पे क्लिक करो। बाणी गुरु गुरु है बाणी विच बाणी अमृत सारे। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ ਤੇ।